ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਕੁਲਦੀਪ ਕੌਰ ਚੱਠਾ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਕਹਾਣੀ ਤੜਫ ਅਜੇ ਬਰਕਰਾਰ ਲੈ ਕੇ, ਜੋ ਕਿ ਪਵਿੱਤਰ ਕੌਰ ਮਾਟੀ ਹੁਣਾਂ ਦੁਆਰਾ ਲਿਖੀ ਗਈ ਹੈ। ਆਲੇ ਦੁਆਲੇ ਇੱਕ ਲੰਬੀ ਚੁੱਪ ਪਸਰ ਗਈ ਸੀ, ਜਿਵੇਂ ਹੁਣ ਕੋਈ ਗੱਲ ਕਰਨ ਨੂੰ ਰਹਿ ਹੀ ਨਾ ਗਈ ਹੋਵੇ। ਚਾਰ ਚੁਫੇਰੇ ਛਾਏ ਉਦਾਸੀ ਭਰੇ ਸੰਨਾਟੇ ਤੇ ਪਸਰੀ ਖਾਮੋਸ਼ੀ ਦੇ ਤਣੇ ਜਾਲ ਨੂੰ ਤੋੜਦਿਆਂ ਅਚਾਨਕ ਪਰਸ਼ੋਤਮ ਦਾਸ ਨੇ ਉੱਚੀ ਦੇਣੇ ਠਾਕਾ ਮਾਰਿਆ, ਓਏ ਪਾਪੀਓ, ਕਾਹਨੂੰ ਐਨੇ ਦੁਖੀ ਹੁੰਦੇ ਹੋ? ਇਹ ਕੋਈ ਨਵੀਂ ਗੱਲ ਤਾਂ ਹੋਈ ਨਹੀਂ, ਜਿਹੜਾ ਐਵੇਂ ਮੂੰਹ ਲਟਕਾਈ ਬੈਠੇ ਹੋ। ਸਾਰੇ ਜਣੇ ਕੌੜਾ ਕੌੜਾ ਉਹਦੇ ਮੂੰਹ ਵੱਲ ਬਿਟ-ਬਿਟ ਦੇਖਣ ਲੱਗੇ। ਉਸ ਨੂੰ ਹੱਸਦੇ ਦੇਖ ਜਿਵੇਂ ਸਭ ਨੂੰ ਬੁਰਾ ਲੱਗਿਆ। ਰਾਮ ਸਰੂਪ ਖਿਝ ਗਿਆ। ਪਾਗਲ ਹੋ ਗਿਆ ਸਾਲਾ, ਲੱਗਦਾ ਅਪਸੈਟ ਹੋ ਗਿਆ। ਭਾਈ, ਨਾ ਮੈਂ ਪਾਗਲ ਹਾਂ, ਨਾ ਮੈਂ ਅਪਸੈਟ ਹਾਂ। ਮੈਂ ਤਾਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਬਈ ਆਪਣੀ ਘਰ ਵਾਪਸੀ ਦੀ ਕੁੱਤੇ ਝਾਕ ਜਿੰਨੀ ਛੇਤੀ ਲਾ ਦਿਓਗੇ, ਸੌਖੇ ਰਹੋਗੇ। ਕੀ ਐਵੇਂ ਤਿਲ-ਤਿਲ ਕਰਕੇ ਭੁੱਜੀ ਜਾਂਦੇ? ਕੀ ਫਾਇਦਾ? ਨਾਲੇ ਜਿਹਦੇ ਧੀਆਂ ਹੈਗੀਆਂ ਉਹਦਾ ਤਾਂ ਕੋਈ ਚਾਂਸ ਹੋਊ, ਪਰ ਸਾਡੇ ਪੁੱਤਾਂ ਵਾਲਿਆਂ ਨੂੰ ਝਾਕ ਰੱਖਣ ਦੀ ਲੋੜ ਨਹੀਂ ਕਿ ਲਾਡਲੇ ਪੁੱਤ ਆ ਕੇ ਮਾਫ਼ੀ ਮੰਗਣਗੇ, ਪੈਰ ਫੜਨਗੇ, ਤੁਹਾਨੂੰ ਆਦਰ ਸਾਥ ਘਰ ਲੈ ਕੇ ਜਾਣਗੇ। ਪਰਸ਼ੋਤਮ ਦਾਸ ਬੋਲਦੇ ਬੋਲਦੇ ਭਾਵੁਕ ਹੋ ਗਿਆ। ਹੁਣ ਰਾਮ ਸਰੂਪ ਨੇ ਪਰਸ਼ੋਤਮ ਦਾਸ ਦੇ ਮੋਢੇ 'ਤੇ ਹੱਥ ਰੱਖਦਿਆਂ ਸਹਿਮਤੀ ਜਤਾਈ। ਤੇਰੀ ਗੱਲ ਭਰਾ 16 ਆਨੇ ਸੱਚੀ ਆ। ਤੂੰ ਠੀਕ ਆਖਣਾ ਏ। ਜਿਹਦੇ ਧੀਆਂ ਹੁੰਦੀਆਂ ਨੇ ਉਹ ਮਾਪਿਆਂ ਨੂੰ ਇੱਥੋਂ ਲੈ ਹੀ ਜਾਂਦੀਆਂ ਨੇ। ਆਹ 2 ਕੁ ਮਹੀਨੇ ਪਹਿਲਾਂ ਸੀਬੋ ਭੈਣ ਨੂੰ ਵੀ ਉਹਦੀ ਧੀ ਲੈ ਗਈ ਸੀ। ਹੁਣ ਸਾਰਿਆਂ ਨੇ ਹੀ ਹਾਂ ਵਿੱਚ ਹਾਂ ਮਿਲਾਈ। ਗੁਰਮੀਤ ਬਿਰਧ ਆਸ਼ਰਮ ਦੇ ਪਰਿਵਾਰ 'ਚੋਂ 2 ਸਾਥੀ ਅੱਜ ਵਿਛੜ ਗਏ। ਉਹਨਾਂ ਦੀ ਘਰ ਵਾਪਸੀ ਹੋ ਗਈ, ਕਿਉਂਕਿ ਉਹਨਾਂ ਦੀ ਧੀ ਉਹਨਾਂ ਨੂੰ ਇੱਥੋਂ ਵਾਪਸ ਲੈ ਗਈ। ਬਖਸ਼ੀ ਰਾਮ ਅਤੇ ਲੀਲਾਵਤੀ ਨੂੰ ਉਹਨਾਂ ਨੂੰ ਆਏ ਤਾਂ 15 ਕੁ ਦਿਨ ਹੀ ਹੋਏ, ਪਰ ਉਹ ਇਸ ਤਰ੍ਹਾਂ ਸਾਰਿਆਂ 'ਚ ਘੁਲ ਮਿਲ ਗਏ ਜਿਵੇਂ ਮੁੱਦਤਾਂ ਤੋਂ ਇੱਕੋ ਪਰਿਵਾਰ ਦੇ ਮੈਂਬਰ। ਅੱਜ ਉਹਨਾਂ ਦੇ ਚਲੇ ਜਾਣ ਦੀ ਕਮੀ ਵੀ ਰੜਕ ਰਹੀ, ਪਰ ਸਾਰਿਆਂ ਨੇ ਸ਼ੁਕਰ ਵੀ ਕੀਤਾ ਕਿ ਚਲੋ ਉਹ ਆਪਣੇ ਘਰ ਵਾਪਸ ਗਏ, ਭਾਵੇਂ ਧੀ ਕੋਲ ਹੀ ਗਏ। ਬਖਸ਼ੀ ਰਾਮ ਨੇ 3 ਧੀਆਂ ਤੇ 1 ਪੁੱਤਰ। ਪੁੱਤ ਰੌਬਿਨ ਆਪਣੇ ਕਾਰੋਬਾਰ ਦੇ ਰੁਝੇਵਿਆਂ ਦੇ ਬੋਝ ਅਤੇ ਆਪਣੀ ਪਤਨੀ ਦੀ ਨਿੱਤ ਦੀ ਕਲੇਸ਼ ਕਲਾ ਦੇ ਵਾਸਤੇ ਮਾਤਾ ਪਿਤਾ ਨੂੰ ਇਸ ਆਸ਼ਰਮ ਨੂੰ ਨਰਸਿੰਗ ਹੋਮ ਦਾ ਨਾਮ ਦੇ ਕੇ ਭਰਤੀ ਕਰਾ ਗਿਆ। ਬਖਸ਼ੀ ਰਾਮ ਕੋਈ ਸਾਲ ਭਰ ਤੋਂ ਨਰਕ ਦੀ ਜ਼ਿੰਦਗੀ ਜੀ ਰਿਹਾ। ਉਸ ਨੂੰ ਅਧਰੰਗ ਦੀ ਬਿਮਾਰੀ ਨੇ ਜਕੜ ਚੱਲਣੋਂ ਫਿਰਨੋਂ ਅਸਮਰੱਥ ਕਰ ਦਿੱਤਾ। 80 ਨੂੰ ਢੁੱਕੀ ਲੀਲਾਵਤੀ ਹੀ ਪਤੀ ਦੀ ਸਾਂਭ ਸੰਭਾਲ ਕਰਦੀ। ਘਰ 'ਚ ਨੌਕਰ ਹੋਣ ਦੇ ਬਾਵਜੂਦ ਵੀ ਕਿਸੇ ਨੌਕਰ ਨੂੰ ਉਹਨਾਂ ਵੱਲ ਜਾਣ ਦੀ ਇਜਾਜ਼ਤ ਨਹੀਂ ਸੀ। ਕਦੇ ਲੀਲਾਵਤੀ ਬਖਸ਼ੀ ਰਾਮ ਨੂੰ ਚੱਕਣ ਥੱਲਣ ਲਈ ਆਵਾਜ਼ ਦਿੰਦੀ ਤਾਂ ਕਿਆਮਤ ਆ ਜਾਂਦੀ। ਨੂੰਹ ਰਾਣੀ ਸਾਰਾ ਘਰ ਸਿਰ 'ਤੇ ਚੁੱਕ ਲੈਂਦੀ। ਖਬਰਦਾਰ, ਕੋਈ ਵੀ ਉੱਧਰ ਗਿਆ ਤਾਂ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ। ਜਦੋਂ ਇਹ ਕਮਾਉਂਦੇ ਸੀ ਤਾਂ ਧੀਆਂ ਦੇ ਢਿੱਡ 'ਚ ਪਾਈ ਜਾਂਦੇ ਸੀ। ਕਦੇ ਦੁਆਨੀ ਨਹੀਂ ਸੀ ਮੇਰੇ ਨਾਲ ਮੇਰੇ ਬੱਚਿਆਂ ਦੇ ਹੱਥ 'ਤੇ ਰੱਖਦੇ। ਆਪਦੀਆਂ ਧੀਆਂ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ। ਹੁਣ ਸਾਂਭਣ ਉਹੀ ਆ ਕੇ ਸਾਥੋਂ ਨਹੀਂ ਗੰਦ 'ਚ ਹੱਥ ਮਾਰੀਦੇ। ਜਦੋਂ ਦਾ ਲੀਲਾਵਤੀ ਤੇ ਬਖਸ਼ੀ ਰਾਮ ਨੂੰ ਨਵੀਂ ਕੋਠੀ ਦੇ ਪਿਛਵਾੜੇ ਕਮਰਾ ਮਿਲਿਆ ਸੀ, ਪੋਤੇ ਪੋਤੀ ਨੂੰ ਵੀ ਵੇਖਣ ਨੂੰ ਤਰਸ ਗਏ। ਬਖਸ਼ੀ ਰਾਮ ਗਿਲਾ ਕਰਦਾ, ਲੀਲਾ, ਆਹ ਕੀ ਰੱਬ ਸਾਥੋਂ ਬਦਲੇ ਲੈ ਰਿਹਾ? ਏਦੂ ਸਾਨੂੰ ਮੌਤ ਹੀ ਦੇ ਦੇ। ਖੌਰੇ ਸਾਡੇ ਨਾਂ ਆਲਾ ਰਜਿਸਟਰ ਕਿੱਥੇ ਸੁੱਟਤਾ? ਉਹੀ ਘਰ, ਉਹੀ ਬੱਚੇ ਕਿਵੇਂ ਬੇਗਾਨੇ ਬਣ ਗਏ? ਨਿਆਣੇ ਵੀ ਸਾਡੇ ਕੋਲ ਨਹੀਂ ਆਉਂਦੇ। ਐਵੇਂ ਕਿਉਂ ਦਿਲ ਛੋਟਾ ਕਰਦਾ ਰੋਬਿਨ ਦੇ ਪਾਪਾ? ਬੱਚੇ ਤਾਂ ਸਾਰਾ ਦਿਨ ਗੇਮਾਂ ਖੇਡੀ ਜਾਂਦੇ ਆ ਜਾਂ ਫਿਰ ਟੀਵੀ ਦੇ 'ਤੇ ਬੈਠੇ ਰਹਿੰਦੇ ਆ, ਹੋਰ ਕੁਝ ਨਹੀਂ। ਉਦਾਸ ਨਾ ਹੋਵੋ, ਲਿਆ ਆਪਾਂ ਪਿੰਕੀ ਨੂੰ ਫੋਨ ਲਾਉਂਦੇ ਆ, ਮਿਲ ਜੂ ਆਪਾਂ ਨੂੰ। ਧੀ ਨਾਲ ਦੁੱਖ ਸੁੱਖ ਸਾਂਝਾ ਕਰ, ਰਾਹਤ ਮਿਲ ਜਾਂਦੀ। ਵੱਡੀਆਂ ਦੋਨੋਂ ਧੀਆਂ ਵਿਦੇਸ਼ ਹੋਣ ਕਰਕੇ ਛੋਟੀ ਪਿੰਕੀ ਹੀ ਉਹਨਾਂ ਨੂੰ 25-27 ਦਿਨੀ ਮਿਲਣ ਲਈ ਆ ਜਾਂਦੀ। ਹੁਣ 15-20 ਦਿਨਾਂ ਦਾ ਚੱਕਰ ਤਾਂ ਨਹੀਂ ਸੀ ਲੱਗਿਆ, ਪਰ ਹਾਲ ਚਾਲ ਪੁੱਛਦੀ ਰਹਿੰਦੀ। ਮਾਂ ਨੇ ਦੱਸਿਆ ਹੀ ਨਹੀਂ ਸੀ ਕਿ ਹੁਣ ਘਰ ਨਹੀਂ ਸਗੋਂ ਆਸ਼ਰਮ 'ਚ ਪਹੁੰਚ ਚੁੱਕੇ ਹਨ। ਜਦੋਂ ਪਿੰਕੀ ਨੂੰ ਪਤਾ ਲੱਗਿਆ ਤਾਂ ਰੋਂਦੀ ਰੋਂਦੀ ਆਪ ਪਹੁੰਚੀ। ਮੈਂ ਮਰ ਗਈ ਸੀ ਜਿਹੜਾ ਤੁਸੀਂ ਇੱਥੇ ਆ ਕੇ ਬਹਿ ਗਏ, ਫੋਨ ਨਾ ਕੀਤਾ ਮੈਨੂੰ। ਉਸ ਸਾਰਾ ਸਮਾਨ ਸਮੇਟਦੀ ਮਾਤਾ ਪਿਤਾ ਆਪਦੇ ਘਰ ਲੈ ਗਈ। ਲੀਲਾਵਤੀ ਤੇ ਬਖਸ਼ੀ ਰਾਮ ਦੇ ਧੀ ਨਾਲ ਚਲੇ ਜਾਣ ਤੇ ਸਾਰੇ ਖੁਸ਼ ਵੀ ਹਨ ਤੇ ਉਹਨਾਂ ਦੀ ਯਾਦ 'ਚ ਉਦਾਸ ਵੀ। ਸੋਚੀ ਪਏ ਲੱਖੇ ਨੰਬਰਦਾਰ ਨੂੰ ਵੇਖ ਰਾਮ ਸਰੂਪ ਨੇ ਹੁੱਜ ਮਾਰੀ।
ਓਏ ਨੰਬਰਦਾਰਾ, ਹੁਣ ਤੈਨੂੰ ਕੀ ਸੱਪ ਸੁੰਘ ਗਿਆ? ਉਸ ਦੀ ਗੱਲ ਕੱਟਦੀ ਹੋਈ ਸ਼ਾਂਤੀ ਹੱਸੀ। ਲੱਗਦਾ ਲੱਖੇ ਭਾਜੀ ਨੂੰ ਸਿਮਰੋ ਭੈਣ ਦੀ ਯਾਦ ਆ ਗਈ। ਸਾਰੇ ਉੱਚੀ ਉੱਚੀ ਹੱਸਣ ਲੱਗੇ। ਸਿਮਰੋ ਦਾ ਨਾਂ ਸੁਣਦੇ ਹੀ ਲੱਖੇ ਦੇ ਮੂੰਹ 'ਤੇ ਰੌਣਕ ਤੇ ਅੱਖਾਂ 'ਚ ਚਮਕ ਆ ਗਈ। ਬੜੇ ਰੰਗਲੇ ਦਿਨ ਸਨ ਉਹ ਵੀ। ਤੇਰੇ ਟਿੱਲੇ ਤੋਂ ਉਹ ਸੂਰਤ ਦੀਂਦੀ ਆ ਹੀਰ ਦੀ ਮੈਂ ਸਦਕੇ। ਉਸਨੇ ਲੰਮੀ ਹੇਕ ਲਾ ਕੇ ਕੰਨ 'ਤੇ ਹੱਥ ਰੱਖ ਅਜਿਹਾ ਗੀਤ ਗਾਉਣ ਲੱਗਾ, ਸਾਰੇ ਅਸ਼ਸ਼ ਕਰ ਉੱਠੇ। ਲੱਖਾ ਨੰਬਰਦਾਰ ਬੜਾ ਦਲੇਰ ਤੇ ਹਸਮੁਖ ਸੁਭਾਅ ਦਾ ਹੋਣ ਕਾਰਨ ਆਪਣੇ ਆਲੇ ਦੁਆਲੇ ਮਹਿਫਲ ਜੋੜੀ ਰੱਖਦਾ। ਉਹ ਬੜੇ ਫ਼ਕਰ ਤੇ ਮਜ਼ੇ ਨਾਲ ਆਪਣੀ ਮੁਹੱਬਤ ਦੀ ਗਾਥਾ ਸੁਣਾਉਂਦਾ, ਬਿਨਾਂ ਕਿਸੇ ਲੁੱਕ ਲਪੇਟ ਦੇ, ਛਾਤੀ ਚੌੜੀ ਕਰਕੇ ਦੱਸਦਾ। ਬਾਈ ਝੀਲ ਵਰਗੀਆਂ ਸਿਮਰੋ ਦੀਆਂ ਅੱਖਾਂ ਵਿੱਚ ਤਾਂ ਜੀਅ ਕਰਦਾ ਹੁੰਦਾ ਸੀ ਮੈਂ ਡੁੱਬ ਕੇ ਮਰ ਜਾਂ, ਕਦੇ ਬਾਹਰ ਹੀ ਨਾ ਨਿਕਲਾਂ। ਐਡੀ ਸੋਹਣੀ ਸੁਨੱਖੀ ਆ, ਫਿਲਮਾਂ ਵਾਲੀਆਂ ਤੋਂ ਤਾਂ 2 ਰੱਤੀਆਂ ਉੱਤੇ ਹੀ ਹੋਊ। ਬਸ ਉਹਦੀ ਗਰੀਬੀ ਨੇ ਹੀ ਉਹਦੇ ਪੈਰੀਂ ਬੇੜੀਆਂ ਪਾ ਛੱਡੀਆਂ, ਨਹੀਂ ਤਾਂ ਖੌਰੇ ਬਾਹਲਾ ਮੋਹ ਕਰਦੀ ਸੀ ਮੇਰਾ। ਸਾਡੀ ਤਾਂ ਪ੍ਰਾਇਮਰੀ ਸਕੂਲ ਵੇਲੇ ਦੀ ਯਾਰੀ ਸੀ ਤੇ ਮਰਦੇ ਦਮ ਤੱਕ ਇਵੇਂ ਹੀ ਉਹਦੇ ਲਈ ਦਿਲ 'ਚ ਜਗ੍ਹਾ ਰਹੂ। ਉਹ ਨਾਲ ਦੇ ਪਿੰਡ ਵਿਆਹੀ ਗਈ ਤੇ ਉੱਧਰੇ ਹੀ ਮੇਰੇ ਖੇਤ ਹੋਣ ਕਾਰਨ ਬਸ ਨਿੱਤ ਦਰਸ਼ਨ ਹੁੰਦੇ ਸੀ ਹੀਰ ਸਲੇਟੀ ਦੇ। ਕਿਸੇ ਨੇ ਚੁਗਲੀ ਕਰਤੀ ਉਹਦੇ ਘਰ ਵਾਲੇ ਕੋਲ, ਬਈ ਜਦੋਂ ਤੂੰ ਦੁਕਾਨ 'ਤੇ ਚਲਾ ਜਾਨਾ ਸ਼ਹਿਰ, ਤੇਰੇ ਮਗਰੋਂ ਲੱਖਾ ਤੇਰੇ ਘਰ ਆਉਂਦਾ। ਬਸ ਬਾਈ ਫਿਰ ਕੀ ਸੀ, ਪੁਆੜੇ ਤਾਂ ਬਹੁਤ ਵੱਡੇ ਪਏ। ਮਹੀਨਾ ਸਾਰਾ ਅਸੀਂ ਬਾਹਰ ਨਾ ਨਿਕਲੇ, ਪਰ ਸਾਡਾ ਇਸ਼ਕ ਹਕੀਕੀ ਸੀ, ਕੋਈ ਟਾਈਮ ਪਾਸ ਨਹੀਂ ਸੀ। ਦੁਨੀਆ ਦਾ ਕੰਮ ਆ ਦੰਦ ਕਥਾ ਕਰਨੀ। ਉਹ ਆਪਣਾ ਕੰਮ ਕਰੀ ਗਈ ਤੇ ਅਸੀਂ ਆਪਦਾ। ਹੱਥ ਅੱਗੇ ਕਰਕੇ ਵਿਖਾਉਂਦਾ, ਆਹ ਛਾਪ ਉਹਨੇ ਆਪਦੇ ਹੱਥੀਂ ਮੇਰੀ ਉਂਗਲੀ 'ਚ ਪਾਈ ਸੀ। ਨਿਸ਼ਾਨੀ ਆ ਉਹਦੀ, ਜਿਹੜੀ ਮੈਂ ਹਰ ਵਕਤ ਸੀਨੇ ਨਾਲ ਲਾਈ ਰੱਖਦਾ ਹਾਂ। ਮਹਿਫਲ ਨੂੰ ਗਰਮਰਾਹਟ ਦੇਣ ਦੇ ਇਰਾਦੇ ਨਾਲ ਪੁਰਸ਼ੋਤਮ ਦਾਸ ਆਪਣੀ ਸ਼ਰਟ ਦਾ ਕਾਲਰ ਫੜਦਾ, ਬੜਾ ਫਿਲਮੀ ਸਟਾਈਲ ਨਾਲ ਘੁੰਮਦਾ। ਯਾਰਾਂ ਤੇ ਤਾਂ ਪਤਾ ਨਹੀਂ ਕਿੰਨੀਆਂ ਕੁ ਮਰਦੀਆਂ ਸੀ, ਬਸ ਜਿੱਧਰੋਂ ਦੀ ਲੰਘ ਜਾਣਾ ਖੜ ਖੜ ਵੇਂਦੀਆਂ। ਉਨੀ ਦਿਨੀ ਮੋਟਰਸਾਈਕਲ ਟਾਵੇਂ ਟਾਵੇਂ ਹੁੰਦੇ ਸੀ, ਪਰ ਮੇਰਾ ਬੁਲਟ ਰੱਖਿਆ ਸੀ, ਚੜ੍ਹਾਈ ਸੀ ਪੂਰੀ। ਨਾਲ ਬੈਠੀ ਉਸ ਦੀ ਪਤਨੀ ਸ਼ਾਂਤੀ ਨੇ ਬਨਾਉਟੀ ਜਿਹਾ ਖੰਗੂਰਾ ਮਾਰ ਕੇ ਵੱਖੀ 'ਚ ਕੂਹਣੀ ਨਾਲ ਹੁੱਜ ਮਾਰੀ, ਨਾ ਉਹ ਬੁਲਟ ਫੇਰ ਕਿੱਧਰ ਗਿਆ ਸੀ ਜੀ। ਸਾਰੇ ਖਿਰ ਤੇ ਹਾਸੜ ਪੈ ਗਈ। ਹੁਣ ਵਾਰੀ ਆਈ ਗੀਤ ਸੰਗੀਤ ਦੀ। ਸੁਰਾਂ ਦੀ ਮਲਕਾ ਬੀਬੀ ਰਜਨੀ ਜੀ ਕੋਲੋਂ ਸੁਣਦੇ ਹਾਂ ਜੀ। ਲਓ ਜੀ। ਰਾਮ ਸਰੂਪ ਫਰਮਾਇਸ਼ ਕਰਦੇ ਰਜਨੀ ਨੂੰ ਗੀਤ ਸੁਣਾਉਣ ਲਈ। ਰਜਨੀ ਦੀ ਆਵਾਜ਼ ਬਹੁਤ ਹੀ ਸੁਰੀਲੀ ਤੇ ਪਿਆਰੀ ਹੋਣ ਕਰਕੇ ਸਾਰੇ ਉਸ ਨੂੰ ਸੁਣਨ ਲਈ ਉਤਾਵਲੇ ਰਹਿੰਦੇ। ਉਹ ਕਦੇ ਕੋਈ ਭਜਨ ਤੇ ਕਦੇ ਕੋਈ ਹਿੰਦੀ ਗਾਣਾ ਗਾਉਂਦੀ। ਜਿਹਦਾ ਜ਼ਿਆਦਾ ਉਹ ਸਾਰਿਆਂ ਦੀ ਪਸੰਦੀਦਾ ਹਿੰਦੀ ਗੀਤ ਗਾਉਂਦੀ। ਕਹਾਂ ਗਏ ਵੋ ਦਿਨ ਕਹਿਤੇ ਥੇ, ਜਾਂ ਫਿਰ ਸਾਰੇ ਜਣੇ ਰਲ ਕੇ ਉੱਚੀ ਉੱਚੀ ਸੁਰਾਂ ਕੱਢਦੇ। ਅਕਸਰ ਇਹੋ ਗੁਰਦਾਸ ਮਾਨ ਦਾ ਗੀਤ ਗਾਉਂਦੇ, ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਾਥੋਂ ਦਰਦ ਸੁਣਾਇਆ ਨਹੀਂ ਜਾਣਾ। ਆਪਣੇ ਅੰਦਰ ਉੱਠਦੀਆਂ ਪੀੜਾਂ, ਆਪਣੇ ਢਿੱਡੋਂ ਕੱਢਿਆਂ ਦੇ ਵਿਯੋਗ 'ਚ ਤੜਫਦੀਆਂ ਆਂਦਰਾਂ, ਹਉਕਿਆਂ ਦੀ ਤਪਦੀ ਧੂਣੀ ਦੀ ਤਪਸ਼ ਨੂੰ ਠੰਡੇ ਛਿੱਟੇ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਕੋਈ ਦਿਨ ਤਿਉਹਾਰ ਦੇ ਖਾਸ ਮੌਕਿਆਂ 'ਤੇ ਦਿਲਾਂ ਨੂੰ ਆਪਣਿਆਂ ਦੀ ਖੋਹ ਤਾਂ ਪੈਂਦੀ। ਅੰਦਰੋਂ ਅੰਦਰੀ ਭਰ ਭਰ ਉਛਲਦੇ। ਕਈ ਬਾਹਰੋਂ ਕੋਈ ਪ੍ਰੈਸ ਰਿਪੋਰਟਰ ਜਾਂ ਕੋਈ NRI ਹਸਤੀ ਮਿਲ ਕੇ ਉਨ੍ਹਾਂ ਦੇ ਜ਼ਖਮ ਵਲੂੰਧਰੇ ਜਾਂਦੇ, ਖਰੀਂਡ ਦੁਬਾਰਾ ਉੱਚੜ ਜਾਂਦੇ। ਫਿਰ ਵੀ ਆਪਣਿਆਂ ਦੀ ਉਡੀਕ 'ਚ ਬਚੀ ਖੁਸ਼ੀ ਕੋਈ ਆਸ ਨਜ਼ਰਾਂ ਬੂਹੇ 'ਤੇ ਲਾਈ ਰੱਖਦੀ। ਖੂਨ ਦੇ ਰਿਸ਼ਤਿਆਂ ਦੇ ਉਸਾਰੇ ਸੁਪਨਿਆਂ ਦੇ ਮਹਿਲ ਰੇਤ ਦੀਆਂ ਕੰਧਾਂ ਵਾਂਗ ਬਿਖਰ ਤਾਂ ਕਦੋਂ ਦੇ ਗਏ ਸੀ, ਪਰ ਕੋਈ ਮੱਧਮ ਜਿਹੀ ਉਮੀਦ ਦੀ ਜੋਤ ਦੇ ਕਿਸੇ ਖੂੰਜੇ ਹਨੇਰੀਆਂ ਤੂਫਾਨਾਂ ਦੇ ਬਾਵਜੂਦ ਵੀ ਜਗਦੀ ਰਹਿੰਦੀ। ਕਿਧਰੇ ਵੀ ਫੋਨ ਦੀ ਰਿੰਗ ਹੁੰਦੀ, ਸਾਰਿਆਂ ਦੇ ਕੰਨ ਖੜੇ ਹੋ ਜਾਂਦੇ। ਸ਼ਾਇਦ ਕਿਤੇ ਉਨ੍ਹਾਂ 'ਚੋਂ ਹੀ ਕਿਸੇ ਦਾ ਫੋਨ ਹੋਵੇ। ਬਿਰਧ ਆਸ਼ਰਮ ਦਾ ਮਾਲਕ ਗੁਰਜੰਟ ਸਿੰਘ ਬੇਹੱਦ ਨੇਕ ਇਨਸਾਨ ਹੋਣ ਕਰਕੇ ਉਹ ਹਰ ਇੱਕ ਦੀ ਦੁੱਖ ਤਕਲੀਫ ਨੂੰ ਸਮਝਦਾ, ਹਮੇਸ਼ਾ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ, ਹਰ ਸੁੱਖ ਸਹੂਲਤ ਮੁਹੱਈਆ ਕਰਵਾਉਂਦਾ, ਕਦੇ ਕੋਈ ਕਮੀ ਮਹਿਸੂਸ ਨਾ ਹੋਣ ਦਿੰਦਾ। ਇਹ ਆਸ਼ਰਮ ਪਿੰਡ ਦੇ ਕੋਲ ਹੀ ਗੁਰਜੰਟ ਨੇ ਆਪਣੇ ਖੇਤਾਂ 'ਚ ਹੀ ਬਣਾਇਆ। ਗੁਰਜੰਟ ਆਪਣੇ ਹੱਥੀਂ ਇਨ੍ਹਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਦਾ। ਨਾਲ 5 ਸੇਵਾਦਾਰ ਵੀ ਰੱਖੇ ਨੇ, ਜੋ ਸਾਰਾ ਦਿਨ ਕਦੇ ਨਹੁੰ ਕੱਟਦੇ, ਕਦੇ ਤੇਲ ਦੀ ਮਾਲਿਸ਼ ਕਰਨੀ। ਬਹੁਤੇ ਮੰਜੇ 'ਤੇ ਬੈਠੇ ਬਿਮਾਰ ਤੇ ਕਈ ਦਿਮਾਗੀ ਪਰੇਸ਼ਾਨ ਬਿਰਧਾਂ ਨੂੰ ਆਪ ਨਵਾਉਂਦੇ ਧੁਆਉਂਦੇ। ਪਿੰਡ 'ਚੋਂ ਬਹੁਤ ਨੌਜਵਾਨ ਮੁੰਡੇ ਤੇ ਕੁੜੀਆਂ ਬੁੜ੍ਹੀਆਂ ਵੀ ਇੱਥੇ ਸੇਵਾ ਭਾਵਨਾ ਨਾਲ ਆਉਂਦੇ।
ਕੋਈ ਕਈ ਘੰਟੇ ਬਿਤਾ ਕੇ ਜਾਂਦੇ। ਔਰਤਾਂ ਲੰਗਰ ਦੀ ਸੇਵਾ ਕਰਦੀਆਂ, ਨੌਜਵਾਨ ਆਲੇ ਦੁਆਲੇ ਦੀ ਸਫਾਈ ਕਰਾਉਂਦੇ, ਬਜ਼ੁਰਗਾਂ ਨੂੰ ਨੁਹਾ ਦਿੰਦੇ। ਗੁਰਜੰਟ ਦਾ ਮਿਲਣਸਾਰ ਸੁਭਾਅ ਕਰਕੇ ਸਾਰੇ ਬਾਹਰਲੇ ਤੇ ਪਿੰਡ ਦੇ ਲੋਕ ਵੀ ਸਹਿਯੋਗ ਦਿੰਦੇ। ਆਸ਼ਰਮ ਅੰਦਰ ਕੋਈ 35-40 ਕੁ ਜਣੇ ਬਜ਼ੁਰਗ ਰਹਿੰਦੇ ਨੇ, 15 ਕੁ ਔਰਤਾਂ ਤੇ ਬਾਕੀ ਆਦਮੀ। ਬਾਹਰੋਂ ਬਹੁਤ ਲੋਕ ਮਿਲਣ ਆਉਂਦੇ ਰਹਿੰਦੇ ਤਾਂ ਅਕਸਰ ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਪਿਛੋਕੜ ਦੀ ਜਾਣਕਾਰੀ ਲੈਣ ਦੀ ਦਿਲਚਸਪੀ ਵਿਖਾਉਂਦੇ। ਪੁੱਛਦੇ, ਜੀ ਤੁਸੀਂ ਕਿਹੜੇ ਪਿੰਡ ਤੋਂ ਹੋ? ਤਾਂ ਸਾਰੇ ਖਾਮੋਸ਼ ਹੋ ਜਾਂਦੇ ਜਾਂ ਕੋਈ ਆਖਦਾ, ਭਾਈ ਆਹੀ ਪਿੰਡ ਆ ਸਾਡਾ ਜਿੱਥੇ ਰਹਿੰਦੇ ਹਾਂ। ਫਿਰ ਅਗਲਾ ਸਵਾਲ ਹੁੰਦਾ, ਜੀ ਤੁਹਾਡੇ ਬੱਚੇ ਕਿੰਨੇ, ਇੱਥੇ ਕਿਵੇਂ? ਸਾਡਾ ਤਾਂ ਇੱਕੋ ਪੁੱਤ ਆ, ਗੁਰਜੰਟ ਸਿੰਘ, ਜਿਹਦੇ ਅਸੀਂ ਕੋਲ ਹਾਂ, ਇਹੀ ਸਾਡਾ ਘਰ ਆ। ਇਹੋ ਜਿਹੇ ਸਵਾਲ ਉਹਨਾਂ ਦੀ ਆਤਮਾ ਨੂੰ ਝੰਜੋੜ ਜਾਂਦੇ, ਬਹੁਤ ਦੁਖੀ ਕਰਦੇ। ਕਈ ਦੋ ਦਿਨ ਤਿੰਨ ਪੁੱਤਰਾਂ ਦੇ ਮਾਂ ਪਿਓ ਵੀ ਇਸ ਆਸ਼ਰਮ ਵਿੱਚ ਬੈਠੇ ਜਿਨ੍ਹਾਂ ਦੇ ਧੀਆਂ ਹਨ। ਉਹ ਹੱਸਦੇ, ਦੱਸਦੇ ਕਿ ਉਹਨਾਂ ਦੀਆਂ ਧੀਆਂ ਤਾਂ ਉਹਨਾਂ ਨੂੰ ਕੋਲ ਰੱਖਣਾ ਚਾਹੁੰਦੀਆਂ, ਪਰ ਜਵਾਈ ਬੁਰਾ ਮਨਾਉਂਦੇ ਨੇ। ਉਹਨਾਂ ਦੇ ਘਰੀਂ ਸਾਡੇ ਕਰਕੇ ਕਲੇਸ਼ ਪੈਂਦਾ। ਕੀ ਫਾਇਦਾ ਫਿਰ ਧੀਆਂ ਦੇ ਘਰ ਉਜਾੜਨ, ਏਦੂ ਇੱਥੇ ਹੀ ਠੀਕ ਆ। ਧੀਆਂ ਵਿਚਾਰੀਆਂ ਮਿਲ ਵੀ ਜਾਂਦੀਆਂ ਤੇ ਕਿਤੇ ਕਿਤੇ 2-4 ਦਿਨਾਂ ਲਈ ਲੈ ਵੀ ਜਾਂਦੀਆਂ। ਮਿਲਣ ਆਏ ਲੋਕਾਂ 'ਚੋਂ ਉਹਨਾਂ ਨੂੰ ਆਪਣੇ ਧੀਆਂ ਪੁੱਤਾਂ ਦੇ ਭੁਲੇਖੇ ਪੈਂਦੇ ਰਹਿੰਦੇ। ਕੋਈ ਬਹੁਤੀ ਸੋਹਣੀ ਕੁੜੀ ਆਉਂਦੀ ਤਾਂ ਸ਼ਾਂਤੀ ਭੈਣ ਆਖਦੀ, ਵੇਖੀ ਰਜਨੀ ਭੈਣ ਜੀ, ਵੇਖੀ ਉਹ ਕੁੜੀ ਜਮਾਂ ਹੀ ਮੇਰੀ ਨੂੰਹ ਵਰਗੀ ਆ, ਉਹਦੀ ਜਿੰਨੀ ਲੰਬੀ ਗੋਰੀ, ਵੇਖੀ ਚੰਦਰੀ, ਸੋਹਣੀ ਸੁਨੱਖੀ ਤਾਂ ਬਾਹਲੀ ਆ, ਪਰ ਸੁਭਾਅ ਤੇ ਸੋਚ ਦੀ ਗੰਦੀ ਏ। ਫਿਰ ਭੱਜ ਕੇ ਆਪਣੇ ਕਮਰੇ 'ਚ ਪਏ ਮੰਜੇ ਤੇ ਗੱਦੇ ਥੱਲਿਓਂ ਫੋਟੋਆਂ ਦਾ ਥੱਬਾ ਕੱਢ ਲਿਆਉਂਦੀ ਤੇ ਸਾਰਿਆਂ ਨੂੰ ਵਿਖਾਉਂਦੀ ਰਹਿੰਦੀ, ਆਹ ਮੇਰਾ ਬੇਟਾ, ਆਹ ਮੇਰੀ ਨੂੰਹ ਆ, ਆਹ ਮੇਰਾ ਪੋਤਾ, ਵੇਖ ਕਿੰਨੇ ਸੋਹਣੇ ਆ। ਮੇਰੇ ਬੇਟੇ ਦਾ ਕੱਦ ਤਾਂ 6 ਫੁੱਟ ਤੋਂ ਵੀ ਜ਼ਿਆਦਾ ਆ, ਬਹੁਤ ਸੋਹਣਾ ਆ। ਮਿਲਣ ਆਏ ਲੋਕਾਂ ਅੱਗੇ ਬੜੇ ਮਾਣ ਨਾਲ ਵਿਖਾਉਂਦੀ, ਖੁਸ਼ ਹੁੰਦੀ। ਆਸ਼ਰਮ 'ਚ ਇੱਕ ਗੀਤਾ ਤੇ 2 ਆਦਮੀ ਹੋਰ, ਜਿਹੜੇ ਹਮੇਸ਼ਾ ਦਿਮਾਗੀ ਪਰੇਸ਼ਾਨੀ 'ਚ ਰਹਿਣ ਕਾਰਨ ਆਪਣਾ ਖਾਲੀ ਗੁੱਟ ਸਾਰਿਆਂ ਅੱਗੇ ਕਰਦੀ, ਵੇਖਿਓ ਮੇਰੀ ਘੜੀ ਸੋਹਣੀ ਆ, ਪਤਾ ਕਿੰਨੀ ਮਹਿੰਗੀ ਆ। ਮੇਰਾ ਜੱਗੂ ਪੁੱਤ ਲਿਆਇਆ ਸਿੰਗਾਪੁਰੋਂ, ਪਰ ਮੈਨੂੰ ਟੈਮ ਨਹੀਂ ਵੇਖਣਾ ਆਉਂਦਾ, ਵੇਖੀ ਕਿੰਨੇ ਵੱਜ ਗਏ। ਫਿਰ ਬਾਹਰ ਨੂੰ ਗੇਟ ਵੱਲ ਹੋ ਤੁਰਦੀ ਤੇ ਉੱਚੀ ਉੱਚੀ ਬੋਲਦੀ ਜਾਂਦੀ, ਜੱਗੂ ਨੂੰ ਵੇਂਹਦੀ ਆ, ਲੱਗਦਾ ਆ ਗਿਆ, ਜਾਂ ਆਜਾ ਪੁੱਤ ਅੰਦਰ ਆਜਾ। ਕਦੇ ਫੋਨ ਦਾ ਰਿਸੀਵਰ ਚੁੱਕ ਕੇ ਕੰਨ ਨਾਲ ਲਾਉਂਦੀ, ਹੈਲੋ ਜੱਗੂ, ਮੈਂ ਤੇਰੀ ਮੰਮੀ ਬੋਲਦੀ ਆ ਪੁੱਤ, ਠੀਕ ਐ ਤੂੰ ਪੁੱਤ, ਕਦੋਂ ਆਉਣਾ ਤੂੰ? ਉਸ ਨੂੰ ਵੇਖ ਕੇ ਹਰੇਕ ਦੀਆਂ ਅੱਖਾਂ 'ਚ ਅੱਥਰੂ ਆ ਜਾਂਦੇ, ਪਰ ਗੁਰਜੰਟ ਨੂੰ ਉਸ 'ਚੋਂ ਆਪਣੀ ਮਾਂ ਨਜ਼ਰ ਆਉਂਦੀ, ਉਸਦਾ ਉਚੇਚੇ ਤੌਰ 'ਤੇ ਖਿਆਲ ਰੱਖਦਾ। ਇਹ ਬਿਰਧ ਆਸ਼ਰਮ ਉਸਨੇ ਆਪਣੀ ਸਵਰਗਵਾਸੀ ਮਾਂ ਗੁਰਮੀਤ ਕੌਰ ਦੀ ਯਾਦ 'ਚ ਬਣਵਾਇਆ। ਸ਼ਾਂਤੀ ਆਪਣੇ ਇਕਲੌਤੇ ਬੇਟੇ ਦੇ ਵਿਯੋਗ 'ਚ ਤੜਫਦੀ। ਦਿਨ 'ਚ ਕਈ ਵਾਰੀ ਅਲਮਾਰੀ 'ਚ ਰੱਖੇ ਪੁੱਤ ਦੇ ਫੋਟੋ ਕੱਢ ਵੇਖਦੀ। ਮਨ ਭਰ ਆਉਂਦਾ, ਹੇ ਦਾਤਿਆ, ਮੇਰੇ ਪੁੱਤਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀਂ। ਸਾਨੂੰ ਉਹਦੇ ਤੋਂ ਕੋਈ ਗਿਲਾ ਨਹੀਂ, ਇਹ ਤਾਂ ਸਾਡੇ ਕਰਮਾਂ ਦੇ ਲੈਣੇ ਦੇਣੇ ਨੇ, ਕੋਈ ਪਿਛਲੇ ਜਨਮਾਂ ਦੇ ਪਾਪੀ ਹਾਂ ਅਸੀਂ। ਆਪਣੇ ਹੰਝੂ ਛੁਪਾਉਂਦੀ ਉਹ ਦੱਸਦੀ, ਰਜਨੀ ਭੈਣ ਜੀ, ਮੈਨੂੰ ਤਾਂ ਬੇਟੇ ਦੇ ਜਨਮ ਤੋਂ ਪਹਿਲਾਂ ਹੀ ਕਿਸੇ ਪਹੁੰਚੇ ਹੋਏ ਪੰਡਿਤ ਨੇ ਦੱਸਤਾ ਸੀ ਵੀ ਇਹ ਬੱਚਾ ਬੁਢਾਪੇ 'ਚ ਤੇਰੇ ਮੱਥੇ ਨਾ ਲੱਗੇ ਤਾਂ ਚੰਗਾ, ਨਹੀਂ ਤਾਂ ਤੇਰੇ ਬੇਟੇ 'ਤੇ ਸ਼ਨੀ ਭਾਰੀ ਰਹੇਗਾ, ਉਹਦੀ ਜਾਨ 'ਤੇ ਖਤਰਾ ਵੀ ਹੋ ਸਕਦਾ। ਉਹ ਤਾਂ ਨਹੀਂ ਚਾਹੁੰਦਾ ਸੀ ਅਸੀਂ ਘਰੋਂ ਜਾਈਏ, ਬਸ ਮੇਰੀ ਹੀ ਜਿੱਦ ਸੀ। ਰਾਮ ਸਰੂਪ ਮੱਥੇ 'ਤੇ ਹੱਥ ਮਾਰਦਾ, ਵਾਹ ਓਏ ਤੇਰੇ ਮਾਲਕਾ, ਮਾਂ ਬਾਪ ਵੀ ਕੀ ਚੀਜ਼ ਬਣਾਈ ਆ ਤੂੰ, ਬੱਚਿਆਂ ਦੇ ਆਰੋਪ ਵੀ ਆਪਣੇ ਸਿਰ ਲਈ ਜਾਣਗੇ। ਨਾਲੇ ਸ਼ਾਂਤੀ ਭੈਣ, ਉਦੋਂ ਤੂੰ ਰੱਬ ਤੋਂ ਪੁੱਤ ਦੀ ਥਾਂ ਧੀ ਮੰਗੀ ਹੁੰਦੀ ਤਾਂ ਸ਼ਾਇਦ ਆਹ ਦਿਨ ਨਾ ਈ। ਰਜਨੀ ਝੱਟ ਹੀ ਗੱਲ ਦਾ ਰੁਖ ਬਦਲਦੀ, ਰਾਮ ਸਰੂਪ ਭਾਜੀ ਕਹਿੰਦੇ ਨੇ, 100 ਹੱਥ ਰੱਸਾ ਸਿਰੇ 'ਤੇ ਗੰਢ, ਭਾਈ ਜਿਹਦੇ ਹੋਣਗੇ ਦੁੱਖ ਵੀ ਉਹੀ ਦੇਣਗੇ। ਜਿਉਂਦੇ ਵਸਦੇ ਰਹਿਣ, ਬਸ ਪਰਮਾਤਮਾ ਉਹਨਾਂ ਦਾ ਦੁੱਖ ਨਾ ਦਿਖਾਵੇ ਸਾਨੂੰ, ਭਾਵੇਂ ਪਿੱਠ ਦੇ ਕੇ ਵਸਣ। ਚੱਲਦੀਆਂ ਗੱਲਾਂ 'ਚ ਲੱਖਾ ਨੰਬਰਦਾਰ ਹੁੰਗਾਰਾ ਭਰਦਾ, ਓਏ ਭਲੇ ਮਾਣਸੋ, ਐਂ ਦੇਖੋ ਬਈ, ਆਪਣੇ ਕਰਮਾਂ 'ਚ ਇੱਥੋਂ ਦਾ ਦਾਣਾ ਪਾਣੀ ਚੁਗਣਾ ਲਿਖਿਆ, ਕਿਸੇ ਹੀਲੇ ਵਸੀਲੇ ਹੀ ਆਪਾਂ ਇਕੱਠੇ ਬਹਿਣਾ। ਪਰਸ਼ੋਤਮ ਦਾਸ ਤਾੜੀ ਮਾਰ ਹੱਸਦਾ, ਐਨੇ ਪਕਵਾਨ ਤਰ੍ਹਾਂ ਦੇ ਘਰ ਕਿਹਨੇ ਬੁੱਢਿਆਂ ਨੂੰ ਦੇਣੇ ਸੀ ਭਾਈ, ਨੂੰਹਾਂ ਤਾਂ ਐਵੇਂ ਹੀ ਆਨੀ ਬਹਾਨੀ ਭਾਂਡੇ ਭੰਨਦੀਆਂ ਨੇ, ਨਿਆਣੇ ਕੁੱਟਦੀਆਂ ਰਹਿੰਦੀਆਂ ਸੀ। ਲੰਮੇ ਤੇ ਬੋਝਲ ਦਿਨਾਂ ਨੂੰ ਤਾਂ ਝੂਠੀਆਂ ਤਸੱਲੀਆਂ ਦੇ ਠੁੱਡ ਮਾਰਦੇ ਲੰਘਾ ਲੈਂਦੇ, ਪਰ ਰਾਤ ਪੈਂਦਿਆਂ ਹੀ ਰੂਹਾਂ ਵਾਪਸ ਉੱਡ ਘਰਾਂ ਦੇ ਬਨੇਰਿਆਂ 'ਤੇ ਜਾ ਬੈਠਦੀਆਂ, ਜਿੱਥੇ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪੇ ਤੱਕ ਦੀ ਹਰ ਬਾਤ ਜੁੜੀ ਸੀ।
ਲੱਖਾ ਪਿੰਡ ਦੀਆਂ ਗਲੀਆਂ 'ਚੋਂ ਜਦੋਂ ਚਿੱਟਾ ਕੁੜਤਾ ਪਜਾਮਾ ਠੋਕ ਕੇ ਬੰਨੀ, ਮਾਵੇ ਵਾਲੀ ਪੱਗ, ਤਿੱਲੇ ਵਾਲੀ ਜੁੱਤੀ ਪਾ, ਮੁੱਛਾਂ ਨੂੰ ਤਾ ਦਿੰਦਾ ਲੰਘਦਾ ਤਾਂ ਹਰ ਘਰ ਆਪਣਾ ਤੇ ਹਰ ਘਰ ਦੇ ਜੀਅ ਆਪਣੇ ਹੁੰਦੇ। ਪਿੰਡ 'ਚ ਪੂਰੀ ਚੜ੍ਹਾਈ ਹੁੰਦੀ। ਕਈ ਵਾਰੀ ਉਸਨੂੰ ਜਾਪਦਾ ਏ ਸਰੀਰ ਦੀ ਮਿੱਟੀ ਇੱਥੇ ਰੁਲਦੀ ਪਈ ਏ। ਰੂਹ ਤਾਂ ਆਪਦੇ ਨਗਰ ਖੇੜੇ ਹੀ ਛੱਡ ਆਇਆ। ਕਿੰਨੇ ਠਾਠ ਆਲੇ ਉਹ ਦਿਨ ਸੀ ਜਦੋਂ ਟੌਹਰ ਨਾਲ ਗਲੀਆਂ 'ਚੋਂ ਲੰਘਦੇ ਨੂੰ ਕੋਈ ਮਗਰੋਂ ਆਵਾਜ਼ ਦਿੰਦਾ, "ਕਿਵੇਂ ਆ ਤਾਇਆ, ਕਿੱਧਰ ਨੂੰ? ਆ ਜਾ, ਲੰਘ ਆ, ਝੱਟ ਬਹਿੰਦੇ ਆ, ਚਾਹ ਪਾਣੀ ਪੀਂਦੇ ਆ।" ਕੋਈ ਯਾਰ ਬੇਲੀ ਹਠੋਰਾ ਮਾਰਦਾ, ਲੰਘ ਜਾ ਨੰਬਰਦਾਰਾ, ਸਾਡੇ ਕੋਲ ਖੜਨ ਦਾ ਤੇਰੇ ਕੋਲ ਟੈਮ ਕਿੱਥੇ ਆ?" ਤੇ ਕੋਈ ਭਰਜਾਈ ਵਾੜੇ 'ਚ ਪਾਥੀਆਂ ਪੱਥਦੀ, ਲਿਬੜੇ ਹੱਥੀਂ ਚੁੰਨੀ ਦਾ ਪੱਲਾ ਅੱਗੇ ਕਰ ਘੁੰਡ ਕੱਢਦੀ ਆਖਦੀ, "ਸਤਿ ਸ੍ਰੀ ਅਕਾਲ ਭਾਜੀ, ਹੋਰ ਨਿਆਣੇ ਸਿਆਣੇ ਠੀਕ ਆ ਘਰੇ? ਮੇਰੀ ਭੈਣ ਦਾ ਕੀ ਹਾਲ ਆ?" "ਹਾਂ ਭਾਈ, ਵਾਹਿਗੁਰੂ ਦੀ ਮਿਹਰ ਆ, ਸਭ ਚੜ੍ਹਦੀ ਕਲਾ 'ਚ ਆ, ਸਾਰਿਆਂ ਦੀ ਖੈਰ ਸੁੱਖ" ਦਾ ਜਵਾਬ ਦਿੰਦਾ ਉਹ ਪੈਰ ਮਲਦਾ ਅੱਗੇ ਕਿਸੇ ਕੰਮ ਦੀ ਕਾਹਲੀ 'ਚ ਤੁਰ ਜਾਂਦਾ। ਲੱਖੇ ਦੀ ਆਵਾਜ਼ 'ਚ ਐਸਾ ਗੜਕਾ ਤੇ ਰੋਹਬ ਸੀ, ਜਿੱਥੇ ਖਲੋ ਕੇ ਫੈਸਲਾ ਕਰ ਦਿੰਦਾ ਤਾਂ ਕੋਈ ਉਲੱਦਦਾ ਨਹੀਂ ਸੀ। ਸਰਪੰਚ ਨਾਲੋਂ ਜ਼ਿਆਦਾ ਪਿੰਡ 'ਚ ਉਸ ਦੀ ਪੁੱਛ ਪ੍ਰਤੀਤ। ਕਿਸੇ ਦੀ ਧੀ ਰੁੱਸ ਕੇ ਪੇਕੀ ਆ ਗਈ ਤੇ ਕਿਸੇ ਦੀ ਨੂੰਹ ਲੜ ਕੇ ਰੁੱਸ ਕੇ ਚਲੀ ਗਈ, ਜਾਂ ਕੋਈ ਹੋਰ ਕਲੇਸ਼ ਘਰੇ ਪਿਆ ਹੋਵੇ, ਲੋਕ ਸਾਜਰੇ ਹੀ ਆ ਬਾਹੀ ਨੱਪਦੇ, ਜਿਵੇਂ ਕੋਈ ਵਕੀਲ ਜਾਂ ਜੱਜ ਹੋਵੇ। "ਬਾਈ ਨੰਬਰਦਾਰਾ, ਚੱਲ ਸਾਡੇ ਨਾਲ ਕੋਈ ਨਬੇੜਾ ਕਰੀਏ। ਮੈਂ ਆਖਿਆ ਵੀ ਕਿਸੇ ਪਾਸੇ ਹੋਰ ਕੰਮ ਧੰਦੇ ਨਾ ਤੁਰੇ, ਸੁਨੇਹਾ ਦੇ ਆਵਾਂ ਵੀ ਆਪਾਂ ਪਹਿਲਾਂ ਇਹ ਕੰਮ ਕਰਨਾ।" ਪਿੰਡ ਦੇ ਲੋਕ ਅਕਸਰ ਮਾਣ ਨਾਲ ਲੱਖੇ ਨੂੰ ਹਰ ਫੈਸਲੇ ਦੀ ਅਗਵਾਈ ਕਰਨ ਦਾ ਜ਼ਿੰਮਾ ਦਿੰਦੇ। ਲੱਖਾ ਵੀ ਇਸ ਤਰੀਕੇ ਨਾਲ ਮਸਲਾ ਸੁਲਝਾਉਂਦਾ ਕਿ ਦੋਵਾਂ ਧਿਰਾਂ ਨੂੰ ਖੁਸ਼ ਕਰ ਦਿੰਦਾ। "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ, ਚਾਹ ਆ ਗਈ ਜੀ, ਗਰਮ ਗਰਮ ਚਾਹ ਪੀਓ।" ਸਾਰੀ ਸੰਗਤ ਆ ਕੇ ਸੇਵਾਦਾਰ ਦੀ ਆਵਾਜ਼ ਕੰਨੀ ਪੈਂਦੀ ਹੀ ਲੱਖਾ ਅਤੀਤ ਦੀ ਉਧੇੜ ਬੁਣ 'ਚੋਂ ਨਿਕਲ ਵਰਤਮਾਨ 'ਚ ਆ ਗਿਆ। ਸੁਬਹਾ ਦੇ 6 ਵੱਜ ਚੁੱਕੇ ਨੇ, ਪਰ ਨੀਂਦ ਸਾਰੀ ਰਾਤ ਉਸ ਦੀਆਂ ਅੱਖਾਂ ਕੋਲ ਨਾ ਲੰਘੀ। ਉਹ ਉੱਠ ਰਜਾਈ ਦੀ ਢੋਅ ਲਾ ਫਿਰ ਬੈਠ ਗਿਆ। ਫਿਰ ਹਉਕਾ ਅੰਦਰੋਂ ਉੱਠਿਆ, ਜਿਵੇਂ ਕੰਨਾਂ ਵਿੱਚ ਕੁਝ ਕਹਿ ਕੇ ਅੰਦਰੋਂ ਫਿਰ ਮੁੜ ਪਿਆ। "ਲੱਖਿਆ, ਸਾਰੀ ਉਮਰ ਤੂੰ ਕਾਲੇ ਬੱਦਲ ਵਾਂਗ ਕਮਾਇਆ, ਇਹਨਾਂ ਬੱਚਿਆਂ ਦੇ ਭਵਿੱਖ ਲਈ ਕਦੇ ਦਿਨ ਨਾ ਦੇਖਣਾ, ਨਾ ਰਾਤ ਦੇਖਣੀ। ਉਹ ਤਾਂ ਵਿਦੇਸ਼ਾਂ 'ਚ ਬੈਠੇ ਸਵਰਗਾਂ ਦੇ ਝੂਟੇ ਲੈਂਦੇ, ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਰ ਤੂੰ ਕਿੰਨੀ ਫਾਲਤੂ ਤੇ ਬੇਮਾਇਨੇ ਚੀਜ਼ ਹੋ ਗਿਆ, ਘਰ 'ਚ ਪਈ ਕਿਸੇ ਕਬਾੜ ਤੋਂ ਵੀ ਘਟੀਆ।" ਉਸਨੇ ਘੁੱਟ ਕੇ ਅੱਖਾਂ ਮੀਟ ਲਈਆਂ। ਫਿਰ ਵੀ ਤਿਪ-ਤਿਪ ਵਗਦੇ ਹੰਝੂ ਘਰਾਲਾਂ ਬਣ ਕੰਨਾਂ ਕੋਲ ਦੀ ਵਹਿ ਤੁਰੇ। "ਨੰਬਰਦਾਰ ਜੀ, ਚਾਹ ਲਓ।" ਸੇਵਾਦਾਰ ਅੰਦਰ ਉਸਦੇ ਮੰਜੇ ਕੋਲ ਆ ਖਲੋਇਆ। "ਅੱਜ ਰੂਹ ਨੀ ਮੰਨਦੀ ਭਗਤਾ, ਚਾਹ ਨੂੰ।" ਨੰਬਰਦਾਰਾ, ਸਿਹਤ ਤਾਂ ਠੀਕ ਆ ਨਾ?" ਲੱਖਾ ਚੁੱਪ-ਚਾਪ ਅੱਖਾਂ ਬੰਦ ਕਰਕੇ ਲੇਟਿਆ ਰਿਹਾ। "ਕੋਈ ਤਕਲੀਫ ਤਾਂ ਨਹੀਂ?" ਸੇਵਾਦਾਰ ਨੇ ਫਿਕਰਮੰਦ ਹੁੰਦੇ ਪੁੱਛਿਆ। ਚਾਹ ਪੀ ਕੇ ਹੌਲੀ-ਹੌਲੀ ਸਾਰੇ ਲੱਖੇ ਕੋਲ ਆ ਕੇ ਬੈਠਦੇ ਗਏ। "ਉੱਠੋ ਨੰਬਰਦਾਰ ਸਾਹਿਬ, ਚਾਹ ਪਾਣੀ ਛਕੋ ਕਿ ਕੋਈ ਢਿੱਲ-ਮੱਠ ਆ?" ਰਾਮ ਸਰੂਪ ਨੇ ਮੂੰਹ ਕੋਲ ਕਰਦੇ ਲੰਮੇ ਪਏ ਲੱਖੇ ਤੇ ਝੁਕਦਿਆਂ ਪੁੱਛਿਆ। "ਨਹੀਂ ਨਹੀਂ, ਐਵੇਂ ਹੀ।" "ਸ਼ਾਂਤੀ ਬਾਟੀ 'ਚ ਚਾਹ ਪਾ, 2 ਬਿਸਕੁਟ ਅੱਗੇ ਰੱਖ, ਬੜੇ ਹੱਕ ਨਾਲ, ਜਿਵੇਂ ਕੋਈ ਹੁਕਮ ਸੁਣਾਉਂਦੀ ਹੋਵੇ। ਉੱਠ ਮੇਰਾ ਵੀਰ, ਉੱਠ ਕੇ ਚਾਹ ਪੀ। ਫਿਰ ਦਵਾਈ ਬੂਟੀ ਲੈਣੀ ਆ ਕੋਈ। ਸਾਡਾ ਤਾਂ ਤੇਰੇ ਬਿਨਾਂ ਊਂ ਚਿੱਤ ਨਹੀਂ ਲੱਗਦਾ, ਤੇਰੇ ਹੌਸਲੇ ਤਾਂ ਅਸੀਂ ਉੱਡੇ ਫਿਰਦੇ ਆਂ, ਐਵੇਂ ਨਾ ਕੋਈ ਵਾਧੀ ਘਾਟੀ ਮਨ 'ਤੇ ਲਾ ਲਈ।" "ਨਹੀਂ ਭੈਣੇ, ਮਨ 'ਤੇ ਕੀ ਲਾਉਣਾ, ਹੁਣ ਤਾਂ ਸਭ ਆਸਾਂ ਦੇ ਬੂਹੇ ਭੇੜ ਲਏ ਨੇ, ਨਾ ਕਿਸੇ ਆ ਕੇ ਬੂਹੇ ਖੜਕਾਉਣੇ ਨੇ, ਨਾ ਕੋਈ ਝਾਕ ਰੱਖੀ ਏ।" ਆਖ ਲੱਖੇ ਨੇ ਪਾਸਾ ਪੁਆ ਕੇ ਕੰਧ ਵੱਲ ਮੂੰਹ ਜਿਹਾ ਕਰ ਲਿਆ। "ਯਾਰ ਤੂੰ ਜੱਟ ਐਂ, ਜੱਟ ਤਾਂ ਅੱਧਾ ਵੱਢਿਆ ਨਹੀਂ ਮੰਜੇ 'ਤੇ ਡਿੱਗਦਾ।" "ਆਹੋ, ਸਾਡੇ ਅਰਗੇ ਬਾਣੀਆਂ ਦੀ ਤਾਂ ਗੱਲ ਹੋਰ ਐ।" ਆਖ ਪਰਸ਼ੋਤਮ ਦਾਸ ਨੇ ਗੱਲ ਹਾਸੇ 'ਚ ਪਾ ਲਈ। ਫਿਰ ਅੱਜ ਲੱਖੇ ਦੇ ਚਿਹਰੇ 'ਤੇ ਹਾਸੇ ਦੀ ਬਜਾਏ ਉਦਾਸੀ ਦੀ ਪੀੜ ਹੋਰ ਸੰਘਣੀ ਹੋ ਗਈ। ਲੱਖੇ ਨੇ ਦੱਬੀ ਜਿਹੀ ਆਵਾਜ਼ 'ਚ ਗੁਣਗੁਣਾਇਆ, "ਤਾਜ ਤਖ਼ਤ ਵੀ ਹੋਣ ਭਾਵੇਂ, ਦੁਨੀਆਂ ਕਰੇ ਸਲਾਮ, ਸੀਨੇ ਠੰਡ ਨਹੀਂ ਪੈਂਦੀ ਜੇ ਨਾ ਜੰਮੇ ਪੁੱਛਣ ਬਾਤ।" ਤੇ ਫਿਰ ਤਿਪ-ਤਿਪ ਕਰਕੇ ਕੱਚੇ ਕੋਠੇ ਦੇ ਚੋਣ ਵਾਂਗ ਕੋਇਆਂ ਦੇ 'ਚੋਂ ਬੇਕਾਬੂ ਹੋਏ ਹੰਝੂ ਲੱਖੇ ਦੀ ਬੇਚੈਨੀ ਤੇ ਆਵਾਜ਼ਾਰੀ ਦਾ ਐਲਾਨ ਕਰ ਗਏ।
ਪਰਸ਼ੋਤਮ ਦਾਸ ਨੇ ਦੋਹਾਂ ਹੱਥਾਂ ਨਾਲ ਬੱਚਿਆਂ ਵਾਂਗੂ ਉਸਦਾ ਚਿਹਰਾ ਆਪਣੇ ਵੱਲ ਘੁਮਾਇਆ। ਕੀ ਗੱਲ ਹੈ ਵੀਰ, ਐਨੀ ਕਾਹਦੀ ਟੈਨਸ਼ਨ ਏ? ਦੇਖ ਅਸੀਂ ਕਿਵੇਂ ਸਾਰੇ ਤੇਰੇ ਦੁਆਲੇ ਬੈਠੇ ਆਂ। ਆਪਾਂ ਇੱਕ ਦੂਜੇ ਦੀ ਦੁੱਖ ਦੀ ਰਗ ਜਾਣਦੇ ਆਂ, ਸਮਝਦੇ ਆਂ। ਵੀਰ ਹੌਸਲਾ ਰੱਖ। ਨੰਬਰਦਾਰਾ ਦੱਸ ਕੀ ਗੱਲ ਏ? ਐਨਾ ਕਮਜ਼ੋਰ ਕਦੇ ਨਹੀਂ ਦੇਖਿਆ। ਲੱਖੇ ਦੇ ਅੰਦਰ ਗਿੜਗਿੜਾ ਕੇ ਕੋਈ ਪਹਾੜ ਡਿੱਗ ਪਿਆ ਤੇ ਫਿਰ ਠਾਠਾਂ ਮਾਰਦਾ ਤੇਜ਼ ਵਹਿਣ 'ਚ ਰੁੜਨ ਲੱਗਾ। ਉਸ ਨੇ ਧਾਹ ਮਾਰਨ ਵਾਂਗ ਆਖਿਆ, ਏਦੂ ਤਾਂ ਮੇਰਾ ਜਾਂਦੇ ਜਾਂਦੇ ਗੱਲ ਘੁੱਟ ਜਾਂਦੇ, ਮਾਰ ਜਾਂਦੇ ਮੈਨੂੰ। ਹੁਣ ਆਪਦੀ ਅਰਥੀ ਆਪਦੇ ਮੋਢਿਆਂ 'ਤੇ ਨਹੀਂ ਚੁੱਕੀ ਜਾਂਦੀ ਮੈਥੋਂ। ਸਾਰਿਆਂ ਤੋਂ ਹਿੰਮਤ ਦੀ ਮਜਾਜ ਲੱਖਾ ਬੱਚਿਆਂ ਵਾਂਗੂ ਫਿੱਸ ਪਿਆ, ਜਿਵੇਂ ਉਸ ਦੀ ਵਰ੍ਹਿਆਂ ਦੀ ਬੰਨੀ ਪੋਟਲੀ ਖਿਲਰ ਗਈ। ਬੁੱਕਲ 'ਚ ਲੈਂਦੇ ਪਰਸ਼ੋਤਮ ਨੇ ਉਸ ਦੇ ਹੰਝੂ ਪੂੰਝੇ। ਸਾਰਿਆਂ ਨੇ ਕੋਲ ਬੈਠ ਉਸਦਾ ਦਰਦ ਵੰਡਾਉਣ ਦੀ ਕੋਸ਼ਿਸ਼ ਕੀਤੀ। ਸ਼ਾਂਤੀ ਭੈਣ ਨੇ ਕੋਲ ਪਏ ਜੱਗ 'ਚੋਂ ਪਾਣੀ ਦਾ ਗਿਲਾਸ ਫੜਾਇਆ। ਲੱਖਾ 2 ਘੁੱਟ ਪਾਣੀ ਪੀ ਚਿੱਤ ਟਿਕਾਣੇ ਕਰਦਾ ਥੋੜ੍ਹਾ ਸ਼ਾਂਤ ਹੁੰਦਾ ਨੀਵੀਂ ਪਾ ਦੱਸਣ ਲੱਗਾ, ਅੱਜ ਮੇਰੇ ਵੱਡੇ ਪੋਤੇ ਲਵਦੀਪੇ ਦਾ ਜਨਮ ਦਿਨ ਆ। ਉਹਨੂੰ ਦੇਖਿਆ 1.5 ਸਾਲ ਹੋ ਗਿਆ। ਉਹ ਤਾਂ ਮੇਰੇ ਬਿਨਾਂ ਝੱਟ ਨਹੀਂ ਸੀ ਸਾਰਦਾ। ਸੌਂਦਾ ਵੀ ਮੇਰੇ ਢਿੱਡ 'ਤੇ, ਹੱਗਣਾ ਮੂਤਣਾ ਵੀ ਮੇਰੇ 'ਤੇ। ਮਾਂ ਕੋਲ ਤਾਂ ਜਾਂਦਾ ਹੀ ਨਹੀਂ ਸੀ। ਹੁਣ ਜਿਉਂ ਕਨੇਡੇ ਗਿਆ, ਕਦੇ ਗੱਲ ਨਹੀਂ ਹੋਈ। ਵੇਖਣਾ ਕਿੱਥੋਂ ਆ? ਫਿਰ ਅੱਖਾਂ ਮੀਚ ਹੱਥ ਜੋੜਦਾ ਹੈ, ਚਲੋ ਜਿਉਂਦੇ ਵਸਦੇ ਰਹਿਣ, ਲੰਮੀਆਂ ਉਮਰਾਂ ਵਾਲੇ ਹੋਣ। ਸੱਚੇ ਪਾਤਸ਼ਾਹ ਵਾਹਿਗੁਰੂ ਮੇਰਾ ਪੋਤਾ ਮੇਰੇ ਪੁੱਤ 'ਤੇ ਨਾ ਜਾਵੇ, ਉਹਨੂੰ ਸੁਮੱਤ ਬਖਸ਼ੀ। ਉਸਦੀ ਕੰਬਦੀ ਜ਼ੁਬਾਨੋਂ ਨਿਕਲ ਇਹ ਸ਼ਬਦ ਜਿਵੇਂ ਅਗੜ ਦੁਗੜੇ ਹੋਸ਼ ਸਾਰੇ ਆਲੇ ਦੁਆਲੇ ਬਿਖਰ ਗਏ। ਫਿਰ ਉਹ ਲੰਮਾ ਹੌਕਾ ਲੈਂਦਾ ਖਾਮੋਸ਼ ਹੋ ਗਿਆ। ਹੁਣ ਸਾਰੇ ਹੀ ਚੁੱਪ ਹੋ ਗਏ। ਇਹ ਕਿਹੀ ਵਿਆਕੁਲਤਾ ਸੀ, ਮਾਨਸਿਕ ਅਵਸਥਾ ਸੀ ਜਿਸ ਦੇ ਕਾਰਨ ਉਸਦੇ ਅੰਦਰ ਕੋਈ ਵੈਰਾਨੀ ਫੈਲ ਗਈ। ਉਦਾਸੀ ਤੇ ਵਿਯੋਗ ਨੇ ਅੰਦਰ ਬਾਹਰ ਦਾ ਹਰ ਖੱਲ ਖੂੰਜਾ ਮੱਲ ਲਿਆ। ਦੇਖੋ ਨੰਬਰਦਾਰ ਸਾਹਿਬ, ਅੱਜ ਤਾਂ ਕਰਮਾਂ ਭਾਗਾਂ ਵਾਲਾ ਦਿਨ ਆ, ਕਾਹਨੂੰ ਐਵੇਂ ਉਦਾਸ ਹੋਈਏ। ਚਲੋ ਭਾਵੇਂ ਅੱਖਾਂ ਤੋਂ ਦੂਰ ਵਸਣ ਪਰਦੇਸੀ, ਜਿਉਂਦੇ ਵਸਦੇ ਰਹਿਣ, ਠੰਡੀ ਹਵਾ ਦਾ ਬੁੱਲਾ ਆਵੇ, ਆਪਾਂ ਵੀ ਖੁਸ਼ੀ ਮਨਾਈਏ ਇੱਥੇ। ਚਲੋ ਪਾਰਟੀ ਕਰਦੇ ਆਂ ਲਵਦੀਪ ਦੇ ਬਰਥਡੇ ਦੀ, ਠੀਕ ਆ ਨਾ ਜੀ? ਪਰਸ਼ੋਤਮ ਦਾਸ ਨੇ ਸਾਰਿਆਂ ਤੋਂ ਹਾਮੀ ਭਰਵਾਉਂਦੇ ਨੰਬਰਦਾਰ ਨੂੰ ਖੁਸ਼ ਕਰਨ ਦਾ ਆਈਡੀਆ ਸਾਰਿਆਂ ਅੱਗੇ ਰੱਖਿਆ। ਸਾਰਿਆਂ ਨੇ ਖੁਸ਼ ਹੁੰਦੇ ਸਹਿਮਤੀ ਜਤਾਈ। ਰਜਨੀ ਤੇ ਸ਼ਾਂਤੀ ਦੋਵੇਂ ਗੁਰਜੰਟ ਨਾਲ ਸਲਾਹ ਕਰਨ ਲਈ ਉਸਦੀ ਰਿਹਾਇਸ਼ ਵਾਲੇ ਪਾਸੇ ਤੁਰ ਗਈਆਂ। ਗੁਰਜੰਟ ਨਿਤਨੇਮ ਕਰਕੇ ਹੀ ਹਟਿਆ ਸੀ। ਆਓ ਮਾਤਾ ਜੀ ਆਓ, ਦੋਹਾਂ ਦੇ ਪੈਰੀਂ ਹੱਥ ਲਾਉਂਦਾ ਬੜੇ ਸਤਿਕਾਰ ਅਦਬ ਨਾਲ ਸੋਫੇ 'ਤੇ ਬੈਠਣ ਲਈ ਕਹਿੰਦਾ। ਆਪ ਵੀ ਕੋਲ ਬੈਠ ਗਿਆ। ਸਿਰ 'ਤੇ ਗੋਲ ਦਸਤਾਰ ਸਜਾਈ, ਚਿੱਟੇ ਕੁੜਤੇ ਪਜਾਮੇ 'ਚ ਲੰਬੀ ਦਾੜ੍ਹੀ ਚਿੱਟੀ ਕਾਲੀ ਹੋਈ, ਲੰਬੇ ਕੱਦ ਵਾਲਾ ਗੁਰਜੰਟ ਬੜੀ ਨਿਮਰਤਾ ਨਾਲ ਬੋਲਿਆ, ਹੁਕਮ ਕਰੋ ਮਾਤਾ ਜੀ। ਰਜਨੀ ਤੇ ਸ਼ਾਂਤੀ ਨੇ ਨੰਬਰਦਾਰ ਦੀ ਸਾਰੀ ਮਾਨਸਿਕ ਹਾਲਤ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਉਹਨਾਂ ਦੀ ਖੁਸ਼ੀ ਲਈ ਕੀਤਾ ਗਿਆ ਸਾਰਿਆਂ ਵੱਲੋਂ ਫੈਸਲਾ ਅੱਗੇ ਰੱਖਿਆ। ਗੁਰਜੰਟ ਨੇ ਉਹਨਾਂ ਦਾ ਹੁਕਮ ਸਿਰ ਮੱਥੇ ਕਬੂਲਦਿਆਂ ਬੜੇ ਖੁਸ਼ ਹੁੰਦੇ ਕਿਹਾ, ਬਹੁਤ ਵਧੀਆ ਪਲਾਨ ਹੈ ਸਾਰਿਆਂ ਦਾ। ਕੋਈ ਗੱਲ ਨਹੀਂ ਜੀ, ਆਪਾਂ ਖਾਣ ਪੀਣ ਤੇ ਕੇਕ ਦਾ ਪ੍ਰਬੰਧ ਕਰਕੇ ਨੰਬਰਦਾਰ ਸਾਹਿਬ ਨੂੰ ਹੁਣੇ ਖੁਸ਼ ਕਰ ਦਿੰਦੇ ਆਂ। ਚਲੋ ਇਸ ਬਹਾਨੇ ਆਪਣੇ ਘਰੇ ਵੀ ਰੌਣਕਾਂ ਲੱਗਣਗੀਆਂ ਤੇ ਮਾਹੌਲ ਖੁਸ਼ਨੁਮਾ ਹੋ ਜਾਊ। ਰਜਨੀ ਤੇ ਸ਼ਾਂਤੀ ਗੁਰਜੰਟ ਨੂੰ ਅਸੀਸਾਂ ਦਿੰਦੀਆਂ ਵਾਪਸ ਆ ਸਾਰਿਆਂ ਨੂੰ ਖੁਸ਼ਖਬਰੀ ਸੁਣਾਉਂਦੀਆਂ ਹਨ। ਘਰ ਦੇ ਸਾਰੇ ਲੋਕਾਂ ਨੂੰ ਵਾਰੀ ਵਾਰੀ ਪਰਸ਼ੋਤਮ ਤੇ ਰਾਮ ਸਰੂਪ ਨੇ ਉੱਚੀ ਉੱਚੀ ਬੋਲ ਕੇ ਜਿਵੇਂ ਅਨਾਊਂਸਮੈਂਟ ਕੀਤੀ, ਲਓ ਜੀ ਸੁਣੋ ਸੁਣੋ ਸਾਰੇ ਭਾਈ ਸੰਗਤੋ, ਅੱਜ ਸਾਡੇ ਘਰੇ ਇੱਕ ਸ਼ਾਨਦਾਰ ਪਾਰਟੀ ਹੋਣ ਜਾ ਰਹੀ ਹੈ। ਭਾਈ ਨਹਾ ਧੋ ਕੇ ਤਿਆਰ ਹੋ ਜਾਓ, ਪੂਰੇ 4 ਵਜੇ ਕੇਕ ਕੱਟਾਂਗੇ ਤੇ ਰੰਗਾਰੰਗ ਪ੍ਰੋਗਰਾਮ ਵੀ ਕਰਾਂਗੇ। ਸਾਰਿਆਂ ਨੇ ਕੁਝ ਨਾ ਕੁਝ ਜ਼ਰੂਰ ਸੁਣਾਉਣਾ ਹੈ, ਕੋਈ ਬਹਾਨਾ ਨਹੀਂ ਚੱਲਣਾ। ਨਵੇਂ ਨਵੇਂ ਕੱਪੜੇ ਪਾ ਕੇ ਤਿਆਰ ਹੋ ਜਾਓ, ਫੋਟੋ ਵੀ ਲੱਥਣਗੇ। ਵਾਹ ਵਾਹ ਕਰਦੇ ਸਾਰੇ ਬੱਚਿਆਂ ਵਾਂਗ ਚਾਂਬਲਦੇ ਉੱਛਣ ਕੁੱਦਣ ਲੱਗੇ। ਸ਼ਾਮ 4 ਵਜੇ ਤੱਕ ਗੁਰਜੰਟ ਨੇ ਆਪਣੇ ਸੇਵਾਦਾਰਾਂ ਦੀ ਸਹਾਇਤਾ ਨਾਲ ਸਾਰੀਆਂ ਤਿਆਰੀਆਂ ਕਰ ਲਈਆਂ। ਵੱਡੇ ਬਰਾਂਡੇ 'ਚ ਵੱਡੇ ਵੱਡੇ ਟੇਬਲ ਲਾ ਖਾਣ ਪੀਣ ਦਾ ਸਮਾਨ ਰੱਖ, ਕੇਕ ਸਜਾ ਕੇ, ਕੰਧ 'ਤੇ ਗੁਬਾਰੇ ਆਦਿ ਲਾ ਕੇ ਸੋਹਣੇ ਢੰਗ ਨਾਲ ਸਜਾਵਟ ਕਰ ਦਿੱਤੀ। ਕੇਕ 'ਤੇ ਲਵਦੀਪ ਦਾ ਨਾਮ ਲਿਖਵਾਇਆ। ਸਾਰੇ ਘਰ ਦੇ ਬਜ਼ੁਰਗ ਮੈਂਬਰ ਇਕੱਠੇ ਹੋ ਗਏ। ਨੰਬਰਦਾਰ ਨੂੰ ਗੁਰਜੰਟ ਆਪ ਬੜੇ ਅਦਬ ਤੇ ਸਤਿਕਾਰ ਨਾਲ ਲੈ ਕੇ ਆਇਆ। ਨੰਬਰਦਾਰ ਦਾ ਹੱਥ ਫੜ ਗੁਰਜੰਟ ਨੇ ਕੇਕ ਕਟਵਾਇਆ ਤਾਂ ਚਾਰੇ ਪਾਸੇ ਗੂੰਜਣ ਲੱਗਾ, ਹੈਪੀ ਬਰਥਡੇ ਲਵਦੀਪ, ਹੈਪੀ ਬਰਥਡੇ ਲਵਦੀਪ। ਬਹੁਤ ਦੇਰ ਤੱਕ ਤਾੜੀਆਂ ਵੱਜਦੀਆਂ ਰਹੀਆਂ।
ਪੁਰਸ਼ੋਤਮ ਦੇ ਨਾਲ ਸਾਰਿਆਂ ਮਿਲ ਕੇ ਗੀਤ ਗਾਇਆ। ਤੁਮ ਜੀਓ ਹਜ਼ਾਰੋਂ ਸਾਲ। ਸੇਵਾਦਾਰ ਪਲੇਟਾਂ 'ਚ ਪਕੌੜੇ, ਸਮੋਸੇ, ਮਠਿਆਈ ਪਾ ਪਾ ਫੜਾ ਰਹੇ ਨੇ। ਗੀਤਾ ਹੁਣ ਇਕੱਲੀ ਉੱਚੀ ਉੱਚੀ ਗਾਉਂਦੀ ਗੁਰਜੰਟ ਕੋਲ ਆ ਖੜੀ ਹੋਈ। ਹੈਪੀ ਬਰਥਡੇ ਜੱਗੂ, ਹੈਪੀ ਬਰਥਡੇ ਜੱਗੂ। ਜੱਗੂ ਅੱਜ ਤੇਰਾ ਜਨਮ ਦਿਨ ਆ। ਗੁਰਜੰਟ ਦਾ ਹੱਥ ਫੜ ਚੁੰਮਦੀ ਬੋਲੀ ਜਾ ਰਹੀ ਹੈ। ਹੈਪੀ ਬਰਥਡੇ ਤੇਰਾ ਅੱਜ ਮੇਰੇ ਜੱਗੂ ਦਾ। ਹਾਂ ਮਾਂ, ਮੈਂ ਤੇਰਾ ਜੱਗੂ, ਅੱਜ ਮੇਰਾ ਬਰਥਡੇ ਆ। ਗੁਰਜੰਟ ਉਸਨੂੰ ਸੀਨੇ ਨਾਲ ਲਾਉਂਦਾ ਬੋਲਿਆ। ਖਾਣ ਪੀਣ ਤੋਂ ਬਾਅਦ ਕਿਸੇ ਨੇ ਭਜਨ, ਕਿਸੇ ਨੇ ਗੀਤ, ਕੋਈ ਚੁਟਕਲਾ ਸੁਣਾਉਂਦਾ। ਗੁਰਜੰਟ ਨੇ ਇੱਕ ਸੇਵਾਦਾਰ ਨੂੰ ਆਪਣਾ ਫੋਨ ਫੜਾ ਦਿੱਤਾ। ਉਸਨੇ ਸਾਰਿਆਂ ਨਾਲ ਫੋਟੋ ਖਿਚਵਾਈਆਂ। ਅੱਜ ਰਾਤ ਦੇ 8 ਵੱਜ ਗਏ ਤਾਂ ਗੁਰਜੰਟ ਨੇ ਨੰਬਰਦਾਰ ਦੀ ਉਸਦੇ ਪੋਤੇ ਨਾਲ ਗੱਲ ਕਰਵਾਉਣ ਦੀ ਇੱਛਾ ਰੱਖੀ ਕਿ ਹੁਣ ਕੈਨੇਡਾ ਵਿੱਚ ਸੁਬਾਹ ਵੀ ਹੋ ਗਈ ਹੈ, ਚਲੋ ਤੁਸੀਂ ਗੱਲ ਕਰ ਲਓ, ਤੁਹਾਡਾ ਮਨ ਹਲਕਾ ਅਤੇ ਸ਼ਾਂਤ ਹੋ ਜਾਊ। ਉਸਨੇ ਆਪਣਾ ਮੋਬਾਈਲ ਫੜੇ ਨੰਬਰਦਾਰ ਤੋਂ ਨੰਬਰ ਮੰਗਿਆ ਤਾਂ ਉਸਨੇ ਝੱਟ ਜੇਬ 'ਚੋਂ ਨਿੱਕੀ ਜਿਹੀ ਡਾਇਰੀ ਕੱਢ ਨੰਬਰ ਦੱਸ ਦਿੱਤਾ। ਬੈਲ ਗਈ। ਗੁਰਜੰਟ ਨੇ ਫੋਨ ਨੰਬਰਦਾਰ ਦੇ ਕੰਨ ਨਾਲ ਲਾ ਦਿੱਤਾ। ਕਿਸੇ ਨੇ ਫੋਨ ਚੁੱਕਿਆ। ਅੱਗੋਂ ਆਵਾਜ਼ ਆਈ, ਹੈਲੋ, ਹਾਂਜੀ ਕੌਣ? ਮਲਕੀਤ, ਮੈਂ ਇੰਡੀਆ ਤੋਂ ਤੇਰਾ ਬਾਪੂ। ਮਲਕੀਤ, ਮੈਂ ਤੇਰਾ ਬਾਪੂ ਬੋਲਦਾ ਪੁੱਤ, ਕਿਵੇਂ, ਠੀਕ ਹੋ ਤੁਸੀਂ ਸ਼ੇਰਾ? ਹੋਰ ਖੈਰ ਸੁੱਖਿਆ? ਅੱਗੋਂ ਆਵਾਜ਼ ਆ ਰਹੀ ਸੀ, ਹੈਲੋ ਹੈਲੋ ਕੌਣ? ਹੈਲੋ, ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ, ਫੋਨ ਕੱਟ ਦਿੱਤਾ ਗਿਆ। ਲੱਖਾ ਅਜੇ ਵੀ ਬੋਲੀ ਜਾ ਰਿਹਾ ਸੀ, ਪੁੱਤ ਲਵਦੀਪੇ ਦਾ ਅੱਜ ਜਨਮ ਦਿਨ ਆ, ਮੇਰੀ ਉਹਦੇ ਨਾਲ ਵੀ ਗੱਲ ਕਰਾ ਦੀ। ਸਪੀਕਰ ਆਨ ਹੋਣ ਕਰਕੇ ਸਾਰੇ ਹੀ ਸਥਿਤੀ ਨੂੰ ਭਾਂਪ ਗਏ। ਗੁਰਜੰਟ ਨੇ ਫੋਨ ਫੜਦਿਆਂ ਮੌਕਾ ਸੰਭਾਲਦਿਆਂ ਕਿਹਾ, ਲੱਗਦਾ ਨੈਟਵਰਕ ਪ੍ਰੋਬਲਮ ਆ। ਮੈਂ ਵੀ ਅੱਜ ਸੁਬਾਹ ਦਾ ਘਰੇ ਫੋਨ ਟਰਾਈ ਕਰ ਰਿਹਾ ਹਾਂ ਪਰ ਲੱਗ ਨਹੀਂ ਰਿਹਾ। ਪਰ ਨੰਬਰਦਾਰ ਤਾੜ ਗਿਆ। ਉਹ ਨੀਵੀਂ ਪਾ ਕੇ ਬੈਠ ਗਿਆ। ਗੁਰਜੰਟ ਵੀ ਉਸਦੇ ਕੋਲ ਬੈਠ ਗਿਆ। ਮੈਂ ਫਿਰ ਟਰਾਈ ਕਰਦਾ ਫੋਨ, ਸ਼ਾਇਦ ਲੱਗ ਜਾਵੇ। ਤੁਸੀਂ ਉਦਾਸ ਨਾ ਹੋਵੋ, ਐਨੇ ਖੁਸ਼ ਹੋ ਕੇ ਚੜ੍ਹਦੀ ਕਲਾ 'ਚ ਰਹੋ ਨੰਬਰਦਾਰ ਸਾਹਿਬ। ਜੇ ਤੁਸੀਂ ਕੋਈ ਵੀ ਜਣਾ ਉਦਾਸ ਹੁੰਦੇ ਹੋ ਨਾ ਤਾਂ ਫਿਰ ਮੇਰਾ ਵੀ ਦਿਲ ਨਹੀਂ ਲੱਗਦਾ। ਦੇਖੋ, ਮੈਂ ਵੀ ਆਪਣੇ ਪਰਿਵਾਰ ਤੋਂ ਦੂਰ ਤੁਹਾਡੇ ਆਸਰੇ ਹੀ ਖੁਸ਼ ਰਹਿਣਾ। ਜੇ ਮੇਰੀ ਸੇਵਾ 'ਚ ਕੋਈ ਖ਼ੁਨਾਮੀ ਰਹਿ ਜਾਂਦੀ ਹੈ ਜਾਂ ਮੈਂ ਤੁਹਾਨੂੰ ਖੁਸ਼ ਨਹੀਂ ਰੱਖ ਸਕਦਾ ਤਾਂ ਮੈਨੂੰ ਦੱਸੋ, ਮੈਂ ਤੁਹਾਡਾ ਪੁੱਤਰ ਨਹੀਂ। ਨੰਬਰਦਾਰ ਨੇ ਲੰਮਾ ਹੌਕਾ ਲੈਂਦੇ ਗੁਰਜੰਟ ਨੂੰ ਆਪਣੇ ਨਾਲ ਲਾ ਲਿਆ। ਨਹੀਂ ਨਹੀਂ, ਇੰਜ ਨਾ ਆਖ ਸ਼ੇਰਾ, ਤੂੰ ਹੀ ਤਾਂ ਸਾਡਾ ਸਹਾਰਾ ਏਂ। ਹੋਰ ਕੌਣ ਏ ਸਾਡਾ ਡਿੱਗਦੇ ਢਹਿੰਦਿਆਂ ਦਾ? ਜਿਉਂਦਾ ਰਹਿ ਪੁੱਤਰਾ, ਤੇਰੇ ਜਿਹੇ ਪੁੱਤ ਰੱਬ ਘਰ ਘਰ ਦੇਵੇ ਤਾਂ ਕਦੇ ਮਾਪੇ ਬੁੱਢੇ ਬਾਰੇ ਕਦੇ ਨਾ ਰੁਲਣ। ਗੁਰਜੰਟ ਨੂੰ ਆਪਣੇ ਆਪ 'ਤੇ ਗਿਲਾਨੀ ਜਿਹੀ ਆਈ। ਉਹ ਹੱਥ ਜਿਹੇ ਮਲਦਾ ਭਾਵੁਕ ਹੋ ਗਿਆ। ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਾਂਗਾ ਕਿ ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਾਂ। ਮੇਰੀ ਹਰ ਕੋਸ਼ਿਸ਼, ਹਰ ਫਰਜ਼ ਤੁਹਾਡੀ ਸੇਵਾ ਕਰਨਾ ਹੈ। ਇਸੇ ਰਾਹੀਂ ਹੀ ਮੈਂ ਆਪਣੀਆਂ ਗਲਤੀਆਂ ਦਾ ਪਛਚਾਤਾਪ ਕਰਦਾ ਹਾਂ। ਸ਼ਾਇਦ ਪਤਾ ਨਹੀਂ ਮੈਨੂੰ ਕਿੰਨੇ ਜਨਮ ਲੱਗ ਜਾਣਗੇ ਇਹ ਸੰਤਾਪ ਹੰਢਾਉਂਦਿਆਂ। ਮੁੜ ਮੈਨੂੰ ਕਿਸੇ ਜਨਮ ਮੇਰੀ ਮਾਂ ਮਿਲੂ ਜਾਂ ਨਾ ਮਿਲੂ। ਕਿਵੇਂ ਮੇਰੀ ਮਾਂ ਰੁਲ ਰੁਲ ਕੇ ਮਰੀ। ਪਿੰਡ ਦੇ ਲੋਕਾਂ ਦੀ ਜ਼ੁਬਾਨੀ ਹੈ ਇਹ। ਉਹ ਦੱਸਦੇ ਵੀ ਤੇਰੀ ਮਾਂ ਆਖਰੀ ਦਮ ਤੱਕ ਤੇਰੀ ਉਡੀਕ ਕਰਦੀ ਰਹੀ। ਨਾ ਭਾਈ, ਮੈਂ ਨਹੀਂ ਮਰਦੀ। ਉਹ 4 ਕੁ ਦਿਨਾਂ ਦੀ ਬਿਮਾਰੀ ਮੇਰਾ ਕੀ ਵਿਗਾੜ ਲੂ। ਜਿੰਨਾ ਚਿਰ ਮੇਰਾ ਜੰਟਾ ਮੇਰੇ ਕਾਲਜੇ ਆ ਕੇ ਨਹੀਂ ਲੱਗਦਾ, ਕੀ ਮਜਾਲ ਹੈ ਜਮਰਾਜ ਵੀ ਲੈ ਜੇ। ਮੇਰਾ ਜੰਟਾ ਹੀ ਮੇਰੀ ਅਰਥੀ ਚੁੱਕੂ, ਮੇਰੇ ਮੂੰਹ 'ਚ ਪਾਣੀ ਪਾਊ। ਮੈਂ ਤਾਂ ਆਪਦੇ ਪੁੱਤ ਦੇ ਘਰ ਦਾ ਜਿੰਦਰਾ ਹਾਂ, ਆਪਦੇ ਪੋਤੇ ਨੂੰ ਖਿਡਾ ਕੇ ਮਰੂੰ। ਜਿੰਨਾ ਚਿਰ ਮੇਰਾ ਪੁੱਤ ਮੇਰੇ ਪੋਤੇ ਨੂੰ ਲਿਆ ਕੇ ਮੇਰੀ ਝੋਲੀ ਨਹੀਂ ਪਾਉਂਦਾ, ਮੈਂ ਨਹੀਂ ਮਰਦੀ। ਲੰਮਾ ਹੌਕਾ ਭਰ ਕੇ ਗੁਰਜੰਟ ਫਿਰ ਦੱਸਣ ਲੱਗਾ। ਪਰ ਮੈਂ ਮਾਂ ਦੀ ਬੇਬਸੀ ਤੇ ਬੁਢਾਪੇ ਤੋਂ ਲਾਪਰਵਾਹ ਵਿਦੇਸ਼ 'ਚ ਆਪਣੇ ਭਵਿੱਖ ਲਈ ਚਿੰਤਤ, ਪੈਸੇ ਦੀ ਹੋੜ ਤੇ ਪੱਕੇ ਤੌਰ 'ਤੇ ਸੈਟਲ ਹੋਣ ਖਾਤਰ ਹੱਥ ਪੈਰ ਮਾਰਦਾ ਰਿਹਾ। ਉੱਧਰੇ ਹੀ ਵਿਆਹ ਕਰਾ ਪੱਕਾ ਤਾਂ ਹੋ ਗਿਆ, ਬੱਚੇ ਵੀ ਜਵਾਨ ਹੋ ਗਏ, ਕਰੋੜਪਤੀ ਬਣ ਗਿਆ, ਸਭ ਕੁਝ ਹਾਸਲ ਕਰ ਲਿਆ, ਪਰ ਮਾਂ ਤੂੰ ਨਾ ਮਿਲੀ। ਹੁਣ ਇੱਕ ਬੋਝ ਆਤਮਾ 'ਤੇ ਹਮੇਸ਼ਾ ਪਿਆ ਰਹਿੰਦਾ ਹੈ। ਮਾਂ ਤੇਰੀ ਤਾਂ ਮੈਂ ਨਿੱਕੀ ਜਿਹੀ ਖੁਆਇਸ਼ ਵੀ ਪੂਰੀ ਨਹੀਂ ਕਰ ਸਕਿਆ। ਮੈਂ ਤਾਂ ਮਾਫ਼ੀ ਦੇ ਕਾਬਲ ਵੀ ਨਹੀਂ ਹਾਂ। ਮੇਰੀ ਮਾਂ ਨੇ ਬੜਾ ਸਬਰ ਸੰਤੋਖ ਦਾ ਪੱਲਾ ਫੜਿਆ, ਪਰ ਦਿਨੋਂ ਦਿਨ ਉਸਦੇ ਮਨ ਦੀ ਹਾਲਤ ਨਿੱਘਰਦੀ ਗਈ। ਉਹ ਇਕੱਲਤਾ ਨਾਲ ਜੂਝਦੀ ਬੁਰੀ ਤਰ੍ਹਾਂ ਟੁੱਟ ਗਈ। ਉਸਦੀ ਹਾਲਤ ਗੀਤਾ ਮਾਂ ਵਰਗੀ ਹੋ ਗਈ ਸੀ। ਮੇਰੀ ਯਾਦ ਵਿੱਚ ਝੱਲੀ ਹੋ ਗਈ। ਆਸੇ ਪਾਸੇ ਖੇਡਦੇ ਕਿਸੇ ਬੱਚੇ ਨੂੰ ਵੇਖਦੀ ਤਾਂ ਝੱਟ ਉਹਨੂੰ ਭੱਜ ਕੇ ਚੁੱਕ ਲੈਂਦੀ। ਜੰਟਾ ਪੁੱਤ, ਮੇਰਾ ਜੰਟਾ ਪੁੱਤ ਕਰਦੀ। ਉਸ ਨੂੰ ਚੁੱਕ ਕੇ ਦੌੜ ਜਾਂਦੀ। ਬੱਚਿਆਂ ਦੇ ਖਿਡੌਣੇ ਚੁੱਕ ਲਿਆਉਂਦੀ ਤੇ ਲੁਕੋ ਦਿੰਦੀ। ਨਾ, ਮੈਂ ਨਹੀਂ ਦੇਣੇ, ਮੇਰੇ ਜੰਟੇ ਦੇ ਆ, ਤੁਸੀਂ ਤੋੜ ਦਿਓਗੇ।
ਉਹਨੇ ਆ ਕੇ ਖੇਡਣਾ। ਉਹਨਾਂ ਖਿਡੌਣਿਆਂ ਨੂੰ ਮੰਜੇ 'ਤੇ ਰੱਖ ਚਾਦਰ ਦੇ ਦਿੰਦੀ। ਸੁੱਤਾ ਪਿਆ ਜੰਟਾ ਬੋਲਿਓ ਨਾ ਕੋਈ ਹੁਣ। ਮੇਰੀਆਂ ਤਾਈਆਂ ਚਾਚੀਆਂ ਉਸਨੂੰ ਸਾਂਭਦੀਆਂ, ਰੋਟੀ ਟੁੱਕ ਖਵਾਉਂਦੀਆਂ। ਮੈਂ ਤਾਂ ਬਹੁਤਾ ਵੱਡਾ ਪਾਪੀ ਹਾਂ। ਇਹਨਾਂ ਪਾਪਾਂ ਦੀ ਧੋਣ ਦੀ ਕੋਸ਼ਿਸ਼ 'ਚ ਆਹਰ ਪਾਹਰ ਕਰਦਾ ਰਹਿਣਾ ਤੁਹਾਡੀ ਸੇਵਾ ਕਰਕੇ। ਹੋਰ ਕੋਈ ਮੈਂ ਐਡਾ ਮਹਾਨ ਸ਼ਖਸ ਨਹੀਂ ਜੀ। ਕੋਈ ਵੀ ਬਿਰਧ ਆਸ਼ਰਮ ਨਾ ਬਣੇ ਇਸ ਦੇਸ਼ ਵਿੱਚ, ਇਸ ਦੁਨੀਆ ਵਿੱਚ, ਜੇ ਮੇਰੇ ਵਰਗੇ ਸਵਾਰਥੀ ਪੁੱਤ ਕਪੁੱਤ ਨਾ ਹੋਣ। ਉਸ ਦੇ ਆਲੇ ਦੁਆਲੇ ਬੈਠੇ ਸਾਰੇ ਜਣੇ ਚੁੱਪਚਾਪ ਗੁਰਜੰਟ ਦੀਆਂ ਗੱਲਾਂ ਸੁਣ ਰਹੇ ਨੇ। ਮਾਂ ਇੱਕ ਵਾਰ ਮੈਨੂੰ ਮਾਫ਼ ਕਰ ਦੇ, ਘੁੱਟ ਕੇ ਕਾਲਜੇ ਨਾਲ ਲਾ ਲੈ ਇਸ ਨਲਾਇਕ ਪੁੱਤ ਨੂੰ। ਗੁਰਜੰਟ ਨੇ ਆਪਣੇ ਦੋਹਾਂ ਹੱਥਾਂ 'ਚ ਆਪਣਾ ਹੰਝੂਆਂ ਨਾਲ ਭਿੱਜਿਆ ਚਿਹਰਾ ਛੁਪਾ ਲਿਆ। ਭਾਵੇਂ ਕਿੰਨੀਆਂ ਮਾਵਾਂ ਦੀ ਛਾਤੀ ਨਾਲ ਉਸਦਾ ਸਿਰ ਲੱਗਿਆ ਹੈ, ਪਰ ਸ਼ਾਇਦ ਇੱਕ ਪਸ਼ਚਾਤਾਪ ਦਾ ਭਾਂਬੜ ਲਗਾਤਾਰ ਉਸਦੇ ਸੀਨੇ 'ਚ ਮੱਚ ਰਿਹਾ ਹੈ, ਜਿਸ ਦਾ ਸੇਕ ਸਹਿਣਾ ਕੋਈ ਸੌਖਾ ਨਹੀਂ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।